ਬਿਸਮਿਲ੍ਲਾਹਿਰਰਹਿਮਾਨਿਰਰਹੀਮ अस्सलाम वालेकुम जी आया ਨੂੰ खुश आमदीद ਤੁਹਾਡੇ ਆਪਣੇ ਚੈਨਲ ਸਕਾਈ ਰੈਸਪੀ ਤੇ। ਅੱਜ ਦੀ ਇਹ ਖਾਸ ਰੈਸਪੀ ਮਦਰਸਾ ਦਾਰੁਲ ਫੁਰਕਾਨ ਦੇ ਰਿਹਾਇਸ਼ੀ ਬੱਚਿਆਂ ਲਈ ਤਿਆਰ ਕੀਤੀ ਜਾ ਰਹੀ ਹੈ। ਇਹ ਇਸ ਮਦਰਸੇ ਦੇ ਵਿੱਚ ਨਾ ਸਿਰਫ ਬੱਚਿਆਂ ਦੇ ਤਾਲੀਮ ਤੇ ਤਰਬੀਅਤ ਦਾ ਖਾਸ ਖਿਆਲ ਰੱਖਿਆ ਜਾਂਦਾ ਹੈ, ਬਲਕਿ ਇਹਨਾਂ ਦੀ ਖੁਸ਼ੀ, ਪਸੰਦ, ਨਾਪਸੰਦ, ਜ਼ਰੂਰੀਆਤ ਨੂੰ ਵੀ ਬਹੁਤ ਅਹਿਮੀਅਤ ਦਿੱਤੀ ਜਾਂਦੀ ਹੈ। ਖਾਸ ਤੌਰ 'ਤੇ ਮੁਹਤਰਮਾ ਬਾਜੀ ਉਮੇ ਕੁਲਸੂਮ ਸਾਹਿਬਾ ਬੱਚਿਆਂ ਦਾ ਮਾਂ ਵਾਂਗਾ ਖਿਆਲ ਰੱਖਦੀਆਂ ਨੇ ਤੇ ਇਹਨਾਂ ਦੀ ਪਸੰਦ ਦੇ ਮੁਤਾਬਕ ਐਸੇ ਖਾਸ ਇੰਤਜ਼ਾਮ ਕਰਦੀਆਂ ਨੇ। ਖਾਸ ਤੌਰ 'ਤੇ ਉਹ ਬੱਚੀਆਂ ਜੋ ਮਹੀਨੇ ਜਾਂ ਸਾਲਾਂ ਤੱਕ ਆਪਣੇ ਘਰਾਂ ਤੋਂ ਦੂਰ ਨੇ, ਇਹਨਾਂ ਲਈ ਵਕਤਨ ਫਵਕਤਨ ਇਹਨਾਂ ਦੀ ਪਸੰਦ ਦੇ ਖਾਸ ਖਾਣੇ ਦਾ ihtimam ਕੀਤਾ ਜਾਂਦਾ ਹੈ ਤਾਂ ਕਿ ਉਹ ਆਪਣੇ ਘਰਾਂ ਦੀ ਕਮੀ ਨੂੰ ਜ਼ਿਆਦਾ ਮਹਿਸੂਸ ਨਾ ਕਰਨ ਤੇ ਇੱਕ ਖੁਸ਼ਗਵਾਰ ਮਾਹੌਲ ਦੇ ਵਿੱਚ ਰਹਿ ਸਕਣ। ਜੇ ਤੁਸੀਂ ਵੀ ਇਹਨਾਂ ਬੱਚਿਆਂ ਲਈ ਖਾਣੇ ਦਾ ਇੰਤਜ਼ਾਮ ਕਰਨਾ ਚਾਹੁੰਦੇ ਹੋ ਤਾਂ ਡਿਸਕ੍ਰਿਪਸ਼ਨ ਦੇ ਵਿੱਚ ਦਿੱਤੇ ਗਏ ਮਦਰਸੇ ਦੇ ਨੰਬਰ 'ਤੇ ਰਾਬਤਾ ਕਰ ਸਕਦੇ ਹੋ। ਇਸ ਨੇਕੀ ਦੇ ਕੰਮ ਦਾ ਹਿੱਸਾ ਬਣ ਸਕਦੇ ਹੋ। ਹੁਣ ਆਪਾਂ ਸ਼ੁਰੂ ਕਰਦੇ ਹਾਂ ਬਕਾਇਦਾ ਆਪਣੀ ਰੈਸਪੀ ਜੀ। ਤੇ ਅੱਜ ਮੈਂ ਬਣਾ ਰਹੀ ਹਾਂ 6 ਕਿਲੋ ਚਿਕਨ ਪਕੌੜੇ ਦੀ ਰੈਸਪੀ। ਹਾਂਜੀ, ਚਿਕਨ ਪਕੌੜਾ ਬਣਾ ਰਹੀ ਹਾਂ। ਸਭ ਤੋਂ ਪਹਿਲੇ ਮਰਹਲਾ ਆਏਗਾ ਚਿਕਨ ਨੂੰ ਸਾਫ਼ ਕਰਨੇ ਦਾ। ਚਿਕਨ ਨੂੰ ਸਾਫ਼ ਕਰਨੇ ਲਈ ਜ਼ਰੂਰੀ ਹੈ ਕਿ ਅਸੀਂ ਸਿਰਕੇ ਦਾ ਇਸਤੇਮਾਲ ਕਰੀਏ। ਸਿਰਕਾ 1 ਕੱਪ ਜਿੰਨਾ ਤੁਹਾਡੇ ਕੋਲ ਹੋਣਾ ਚਾਹੀਦਾ। ਔਰ ਸਿਰਕੇ ਨੂੰ ਮੈਂ ਇਸ ਤਰ੍ਹਾਂ ਚਿਕਨ ਇੱਕ ਬੜੇ ਬਰਤਨ 'ਚ ਤੁਸੀਂ ਪਾ ਲਓ। ਇਹਦੇ ਉੱਤੇ 1 ਕੱਪ ਜਿੰਨਾ ਸਿਰਕਾ ਜਿਹੜਾ ਆਪਣੇ ਚਿਕਨ ਦੇ ਉੱਤੇ ਪਾ ਦਿਓ ਔਰ ਨਾਲ ਇਹਦੇ ਉੱਤੇ ਤੁਸੀਂ ਨਮਕ ਪਾ ਦੇਣਾ। ਨਮਕ ਤਕਰੀਬਨ 2 ਤੋਂ 3 ਖਾਣੇ ਦੇ ਚਮਚ ਹੋਣੇ ਆ। ਨਮਕ ਦਾ ਮਕਸਦ ਸਿਰਫ ਅਸੀਂ ਇਹਦੇ ਬਲੱਡ ਨੂੰ, ਚਿਕਨ ਦੇ ਸਮੈਲ ਨੂੰ ਖ਼ਤਮ ਕਰਨ ਲਈ ਇਸਤੇਮਾਲ ਕਰਨਾ। ਇਹ ਅਸੀਂ ਨਮਕ ਇਹਦੇ ਉੱਤੇ ਇਸ ਤਰ੍ਹਾਂ ਸਪਰੈਡ ਕਰ ਦਿਓ ਤੁਸੀਂ। ਔਰ ਮੈਂ 3 ਚਮਚ ਨਮਕ ਇਹਦੇ ਉੱਤੇ ਡਾਲਿਆ ਔਰ ਫਿਰ ਅਸੀਂ ਇਹਨੂੰ ਤਕਰੀਬਨ ਇੱਥੇ 10 ਮਿੰਟ ਰੱਖ ਦਾਂਗੇ ਮਸਲ ਕੇ। ਤੁਸੀਂ ਇਸ ਤਰ੍ਹਾਂ ਇਹਨੂੰ ਹੱਥਾਂ ਦੇ ਨਾਲ ਮਸਲਣਾ ਤਾਂ ਕਿ ਤਮਾਮ ਜਿਹੜਾ ਸਿਰਕਾ ਔਰ ਨਮਕ ਤਮਾਮ ਬੋਟੀਆਂ ਨੂੰ ਇਕੁਅਲ ਲੱਗ ਜਾਵੇ। ਅੱਛਾ, ਜਦੋਂ ਤੁਸੀਂ ਇਹਨੂੰ ਧੋਣਾ ਇਸ ਚੀਜ਼ ਦਾ ਖਿਆਲ ਰੱਖਣਾ ਕਿ ਇੱਕ ਇੱਕ ਪੀਸ ਚੱਕ ਕੇ ਤੁਸੀਂ ਧੋਣਾ ਔਰ ਇਹਨੂੰ ਬਿਲਕੁਲ ਬਲੱਡ ਦਾ ਸਾਫ਼ ਕਰਨਾ। ਸਫਾਈ ਦਾ ਇਹਦਾ ਇੱਥੇ ਇੰਨਾ ਖਿਆਲ ਰੱਖਣਾ ਕਿ ਚਿਕਨ ਦੀ ਸਮੈਲ ਇੱਥੇ ਤਕਰੀਬਨ ख़त्म ਹੋ ਜਾਏਗੀ। ਫਿਰ ਅੱਗੇ ਤੁਹਾਨੂੰ ਇੰਨੀ ਮਿਹਨਤ ਨਹੀਂ ਕਰਨੀ ਪਏਗੀ ਔਰ ਚਿਕਨ ਬਿਲਕੁਲ ਬਹੁਤ ਮਜ਼ੇਦਾਰ ਔਰ ਟੇਸਟੀ ਬਣ ਕੇ ਤਿਆਰ ਹੋਏਗਾ। ਮੇਨ ਮਕਸਦ ਚਿਕਨ ਦੀ ਸਮੈਲ ਨੂੰ ख़त्म ਕਰਨਾ ਆ। ਔਰ ਅਗਰ ਤੁਸੀਂ ਚਿਕਨ ਦੀ ਸਮੈਲ ख़त्म ਕਰ ਲਈ ਤਾਂ ਫਿਰ ਤੁਹਾਡੀ ਅਗਲੀ ਰੈਸਪੀ ਹੈ ਜਿਹੜੀ ਬਹੁਤ ਅੱਛੀ ਬਣੇਗੀ। ਔਰ ਇੱਕ ਟਿਪ ਦੇ ਦੇਵਾਂ ਤੁਹਾਨੂੰ ਕਿ ਤੁਸੀਂ ਇਹਦੇ ਵਿੱਚ ਕਲੇਜੀ ਉਬਾਲਣ ਦੇ ਵਕਤ ਸ਼ਾਮਿਲ ਨਹੀਂ ਕਰਨੀ। ਚਿਕਨ ਧੋ ਕੇ ਮੈਂ ਸਾਫ਼ ਕਰ ਲਿਆ। ਦੇਖੋ ਲੈਗ ਪੀਸਾਂ ਨੂੰ ਮੈਂ ਕੱਟ ਲਗਾ ਲਏ। ਬੜੀ ਬੋਟੀ ਆ ਜਿਹੜੀ ਉਹਨਾਂ ਨੂੰ ਮੈਂ ਛੋਟੀ ਕਰ ਲਿਆ। ਔਰ ਤੁਸੀਂ ਦੇਖੋਗੇ ਕਿ ਚਿਕਨ ਦਾ ਕਲਰ ਵੀ ਚੇਂਜ ਹੋ ਗਿਆ। ਸਿਰਕੇ ਨਾਲ ਧੋ ਕੇ ਚਿਕਨ ਬਿਲਕੁਲ ਥੋੜਾ ਵਾਈਟ ਹੋ ਗਿਆ ਔਰ ਬਿਲਕੁਲ ਸਾਫ਼ ਹੋ ਗਿਆ। ਹੁਣ ਅਸੀਂ ਕਰਦੇ ਹਾਂ ਇਹਨੂੰ ਮੈਰੀਨੇਟ। ਇਹਨੂੰ ਮੈਂ ਇੱਕ ਪਰਾਤ 'ਚ ਸ਼ਾਮਿਲ ਕੀਤਾ। ਅਸੀਂ ਇਸ ਚਿਕਨ ਨੂੰ 2 ਦਫਾ ਮੈਰੀਨੇਟ ਕਰਨਾ ਜੀ। ਪਹਿਲੇ ਅਸੀਂ ਇਹਨੂੰ ਨਮਕ ਲਾ ਕੇ ਔਰ ਸੁਰਖ ਮਿਰਚ ਲਾਵਾਂਗੇ। ਨਮਕ ਤੁਸੀਂ ਇਹਦੇ ਵਿੱਚ ਤਕਰੀਬਨ 2 ਤੋਂ 3 ਚਮਚ ਇਸ ਟਾਈਮ 'ਤੇ ਐਡ ਕਰਨੇ ਨੇ। ਤੁਸੀਂ ਇਹ ਸਮਝੋਗੇ ਕਿ ਨਮਕ ਅਸੀਂ ਪਹਿਲੇ ਵੀ ਪਾਇਆ, ਨਮਕ ਜ਼ਿਆਦਾ ਹੋ ਜਾਏਗਾ। ਨਮਕ ਬਿਲਕੁਲ ਵੀ ਜ਼ਿਆਦਾ ਨਹੀਂ ਹੋਏਗਾ। 6 kg ਚਿਕਨ ਹੈ ਮੇਰੇ ਕੋਲ ਤੇ ਇਹ ਵਾਲਾ ਨਮਕ ਇਹਦੇ ਵਿੱਚ ਜ਼ਿਆਦਾ ਨਹੀਂ ਹੋਏਗਾ। ਔਰ ਤਕਰੀਬਨ 2 ਖਾਣੇ ਦੇ ਚਮਚ ਮੈਂ ਇਹਦੇ ਵਿੱਚ ਸੁਰਖ ਮਿਰਚ ਸ਼ਾਮਿਲ ਕੀਤੀ ਆ ਔਰ ਨਾਲ ਹੀ ਇਹਦੇ ਵਿੱਚ ਮੈਂ ਸ਼ਾਮਿਲ ਕਰ ਦਿੱਤਾ ਜੀ 1 ਚਮਚ ਹਲਦੀ ਦਾ। ਹਲਦੀ ਜਿਹੜੀ ਇਹਦੇ ਵਿੱਚ ਸ਼ਾਮਿਲ ਕਰਨੀ ਹੋਏ ਤੇ ਰੰਗ ਨੂੰ ਜ਼ਬਰਦਸਤ ਕਰੇਗਾ। ਬੋਟੀਆਂ ਦੇ ਅੰਦਰ ਤੱਕ ਇਹਦਾ ਕਲਰ ਜਿਹੜਾ ਉਹ ਆਏਗਾ, ਸਫੈਦ ਰੰਗ ਇਹਦਾ ख़त्म ਕਰੇਗਾ। ਔਰ ਇਸ ਟਾਈਮ ਇਹਦੇ 'ਤੇ ਮੈਂ ਲਸਣ ਪਾਊਡਰ ਦਾ 2 ਖਾਣੇ ਦੇ ਚਮਚ ਇਹਦੇ ਵਿੱਚ ਲਸਣ ਪਾਊਡਰ ਸ਼ਾਮਿਲ ਕਰੂੰਗੀ। 2 ਖਾਣੇ ਦੇ ਚਮਚ ਲਸਣ ਪਾਊਡਰ ਸ਼ਾਮਿਲ ਕਰਨੇ ਤੋਂ ਬਾਅਦ ਇਹਨੂੰ ਮਿਕਸ ਕਰਾਂਗੀ। ਅੱਛੀ ਤਰ੍ਹਾਂ ਤੁਸੀਂ ਮਿਕਸ ਕਰ ਲਓ ਔਰ ਤਮਾਮ ਬੋਟੀਆਂ ਨੂੰ ਇਹ ਤਮਾਮ ਮਸਾਲਾ ਜਾਤ ਇਹਨੂੰ ਲੱਗ ਜਾਣ। ਅੱਛੀ ਤਰ੍ਹਾਂ ਮਿਕਸ ਕਰਕੇ ਇਹਨੂੰ ਤੁਸੀਂ ਇੱਥੇ 10 ਮਿੰਟ ਲਈ ਰੱਖਣਾ। ਜ਼ਿਆਦਾ ਦੇਰ ਨਹੀਂ ਰੱਖਣਾ, ਬਸ ਸਿਰਫ 10 ਮਿੰਟ ਲਈ ਅਸੀਂ ਇਹਨੂੰ ਕਵਰ ਕਰਕੇ ਰੱਖ ਦਾਂਗੇ। ਫਿਰ ਅਸੀਂ ਗਰਮ ਪਾਣੀ ਰੱਖ ਦਾਂਗੇ। ਅਸੀਂ ਇਹਨੂੰ ਬੋਇਲ ਕਰਨਾ ਤਕਰੀਬਨ 80% ਤੁਸੀਂ ਚਿਕਨ ਨੂੰ ਕੁੱਕ ਕਰ ਲੈਣਾ ਆ। ਔਰ ਜਦੋਂ ਤੁਸੀਂ ਪਾਣੀ ਗਰਮ ਰੱਖ ਦੋਗੇ 10 ਮਿੰਟ ਇਹਨੂੰ ਵੀ ਹੋ ਜਾਣਗੇ, ਉਦੋਂ ਤੁਹਾਡਾ ਪਾਣੀ ਬੋਇਲਿੰਗ ਪੁਆਇੰਟ 'ਤੇ ਆ ਜਾਊਗਾ। ਫਿਰ ਤੁਸੀਂ ਜੋ ਚਿਕਨ ਅਸੀਂ ਮਸਾਲਾ ਲਾ ਕੇ ਰੱਖਿਆ ਅਸੀਂ ਉਹਨੂੰ ਉਬਲਦੇ ਹੋਏ ਪਾਣੀ ਵਿੱਚ ਡਾਲ ਦਾਂਗੇ। ਪਾਣੀ ਦੇਖੋ ਤਕਰੀਬਨ ਸਾਡਾ ਬੋਇਲਿੰਗ ਪੁਆਇੰਟ ਦੇ ਕਰੀਬ ਆ। ਹੁਣ ਅਸੀਂ ਇਹਦੇ ਵਿੱਚ ਚਿਕਨ ਸ਼ਾਮਿਲ ਕਰ ਦਾਂਗੇ। ਇੱਥੇ ਅਸੀਂ ਚਿਕਨ ਨੂੰ ਸਿਰਫ 80% ਕੁੱਕ ਕਰਨਾ। 80% ਕੁੱਕ ਕਰਕੇ ਤੁਸੀਂ ਇਹਨੂੰ ਠੰਡਾ ਕਰ ਲੈਣਾ। ਮੈਂ ਇਹਨੂੰ 80% ਕੁੱਕ ਕਰਕੇ ਠੰਡਾ ਕਰਕੇ ਤੁਹਾਨੂੰ ਨੈਕਸਟ ਸਟੈਪ ਇਹਦਾ ਅੱਗੇ ਦਿਖਾਉਂਦੀ ਹਾਂ। ਇਸ ਪੁਆਇੰਟ 'ਤੇ ਅਗਰ ਤੁਹਾਨੂੰ ਮੇਰੀ ਰੈਸਪੀ ਅੱਛੀ ਲੱਗ ਰਹੀ ਹੈ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਨਾ, ਵੀਡੀਓ ਨੂੰ ਲਾਈਕ ਕਰਨਾ ਨਾ ਭੁੱਲਿਓ। ਸ਼ੇਅਰ ਵੀ ਜ਼ਰੂਰ ਕਰਿਓ ਤੇ ਆਪਣੇ ਪਿਆਰੇ ਜਿਹੇ ਕਮੈਂਟ 'ਚ ਦੱਸਿਓ ਵੀ ਤੁਹਾਨੂੰ ਮੇਰੀ ਰੈਸਪੀ ਕਿਸ ਤਰ੍ਹਾਂ ਦੀ ਲੱਗੀ ਆ ਔਰ ਮੇਰਾ ਚਿਕਨ ਪਕੌੜਾ ਕਿਸ ਤਰ੍ਹਾਂ ਦਾ ਬਣਿਆ। ਇਸ ਰੈਸਪੀ ਨੂੰ ਲਾਈਕ ਔਰ ਸ਼ੇਅਰ ਕਰਨਾ ਵੀ ਸਵਾਬ ਹੋਏਗਾ ਕਿਉਂਕਿ ਇਹ ਮਦਰਸੇ ਦੀ ਬੱਚੀਆਂ ਲਈ ਤਿਆਰ ਕੀਤੀ ਜਾ ਰਹੀ ਆ ਤੇ ਇਹਦੇ ਲਈ ਸਵਾਬ ਵੀ ਤੁਸੀਂ ਕਮਾ ਸਕਦੇ ਹੋ।
ਇਹ ਦੇਖੋ ਫਰੈਂਡਸ, ਮੈਂ ਰੈਸਪੀ ਹੈ ਜਿਹੜੀ ਆਪਣੀ ਚਿਕਨ ਦੀ ਮੁਕੰਮਲ ਇਹਨੂੰ ਤਿਆਰ ਕਰ ਲਿਆ, ਠੰਡਾ ਕਰ ਲਿਆ। ਠੰਡਾ ਕਰਕੇ ਮੈਂ ਇਹਨੂੰ ਫਿਰ ਇੱਕ ਖੁੱਲੇ ਬਰਤਨ 'ਚ ਪਾ ਲਿਆ। ਇੱਥੇ ਫਿਰ ਮੈਂ ਇਹਦੇ ਵਿੱਚ 2 ਖਾਣੇ ਦੇ ਚਮਚ ਸੁਰਖ ਮਿਰਚ ਸ਼ਾਮਿਲ ਕਰੂੰਗੀ ਔਰ 1 ਚਾय ਦਾ ਚਮਚ ਇਹਦੇ ਵਿੱਚ ਹਲਦੀ ਪਾਊਡਰ ਦਾ ਸ਼ਾਮਿਲ ਕਰੂੰਗੀ। ਔਰ ਹੁਣ ਇੱਥੇ ਅਸੀਂ ਪਾਣੇ ਇਹਦੇ ਵਿੱਚ ਕਾਲੀਆਂ ਮਿਰਚਾਂ 2 ਖਾਣੇ ਦੇ ਚਮਚ। ਤੁਸੀਂ ਚਾਹੋ ਤੇ ਕਾਲੀ ਮਿਰਚ ਇੱਥੇ ਸਕਿਪ ਕਰ ਸਕਦੇ ਹੋ, ਉਹਦੀ ਜਗ੍ਹਾ ਤੇ ਤੁਸੀਂ ਗ੍ਰੀਨ ਚਿਲੀ ਪਾਊਡਰ ਐਡ ਕਰ ਸਕਦੇ ਹੋ। ਲੇਕਿਨ ਅਗਰ ਤੁਸੀਂ ਕਾਲੀ ਮਿਰਚ ਐਡ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਇਹ ਵੀ ਕਰ ਸਕਦੇ ਹੋ, ਟੋਟਲੀ ਆਪਸ਼ਨਲ ਹੈ। ਹੁਣ ਅਸੀਂ ਇਹਦੇ ਵਿੱਚ ਪਾਵਾਂਗੇ ਚਾਟ ਮਸਾਲਾ 3 ਤੋਂ 4 ਖਾਣੇ ਦੇ ਚਮਚ। ਇਹ ਤੁਹਾਡੀ ਆਪਣੀ ਟੇਸਟ ਦੇ ਮੁਤਾਬਕ ਆ, ਤੁਸੀਂ ਥੋੜਾ ਜਿਆਦਾ ਸਪਾਈਸੀ ਚੀਜ਼ ਪਸੰਦ ਕਰਦੇ ਹੋ ਤੇ ਇਹਦੇ ਵਿੱਚ 4 ਖਾਣੇ ਦੇ ਚਮਚ ਤੁਸੀਂ ਇਹਦੇ ਵਿੱਚ ਐਡ ਕਰ ਲਓ। ਹੁਣ ਸੁੱਕਾ ਧਨੀਆ ਪਾਊਡਰ ਇਹਦੇ ਵਿੱਚ ਮੈਂ 2 ਤੋਂ 3 ਖਾਣੇ ਦੇ ਚਮਚ ਐਡ ਕਰੂੰਗੀ ਔਰ 3 ਖਾਣੇ ਦੇ ਚਮਚ ਐਡ ਕਰ ਲਿਆ ਅਸੀਂ ਇਹਦੇ ਵਿੱਚ ਸੁੱਕਾ ਧਨੀਆ ਔਰ ਨਾਲ ਇਹਦੇ ਵਿੱਚ ਤਿੱਖਾ ਮਸਾਲੇ ਦਾ 1 ਫੁੱਲ ਬੜੇ ਵਾਲਾ ਪੈਕੇਟ ਮੈਂ ਸ਼ਾਮਿਲ ਕਰ ਦੂੰਗੀ। ਔਰ ਇਹਦੇ ਵਿੱਚ ਜੀ ਦੇਖੋ ਅਸੀਂ ਮੈਂ ਸਾਰਾ ਤਿੱਖਾ ਮਸਾਲੇ ਦਾ ਪੈਕੇਟ ਸ਼ਾਮਿਲ ਕਰਤਾ। ਹੁਣ ਜ਼ੀਰਾ ਇਹਦੇ ਵਿੱਚ ਸ਼ਾਮਿਲ ਕਰਨਾ। ਜ਼ੀਰਾ ਅਸੀਂ ਇਹਦੇ ਵਿੱਚ ਪਿਸੇ ਹੋਇਆ ਜਾਂ ਜ਼ੀਰੇ ਦਾ ਪਾਊਡਰ ਸ਼ਾਮਿਲ ਨਹੀਂ ਕਰਨਾ, ਬਲਕਿ ਜ਼ੀਰੇ ਨੂੰ ਅਸੀਂ ਲੈ ਕੇ ਨਾ ਇਸ ਤਰ੍ਹਾਂ ਆਪਣੇ ਹੱਥ 'ਤੇ ਮਸਲ ਕੇ ਇਹਨੂੰ ਤੁਸੀਂ ਪਾਉਣਾ। ਇਸ ਟਾਈਮ 'ਤੇ ਤੁਸੀਂ ਇਹਦੇ ਵਿੱਚ ਅਜਵੈਨ ਵੀ ਸ਼ਾਮਿਲ ਕਰ ਸਕਦੇ ਹੋ, ਲੇਕਿਨ ਇਹਦੇ ਵਿੱਚ ਮੈਂ ਜ਼ੀਰੇ 2 ਖਾਣੇ ਦੇ ਚਮਚ ਐਡ ਕਰੂੰਗੀ ਔਰ ਨਾਲ ਹੀ ਇਹਦੇ ਵਿੱਚ ਮੈਂ ਲਸਣ ਪਾਊਡਰ ਦੇ ਵੀ 2 ਖਾਣੇ ਦੇ ਚਮਚ ਐਡ ਕਰ ਦੂੰਗੀ। ਔਰ ਇਹਨਾਂ ਬੇਸਿਕ ਜਿਹੇ ਮਸਾਲਿਆਂ ਨੂੰ ਅਸੀਂ ਮਿਕਸ ਕਰਾਂਗੇ ਲੈਮਨ ਦੇ ਜੂਸ ਨਾਲ। ਹੁਣ ਤਕਰੀਬਨ ਇਹ ਮੇਰੇ ਕੋਲ 4 ਤੋਂ 5 ਅਦਦ ਲੈਮਨ ਸੀਗੇ ਜਿਹਦਾ ਜੂਸ ਨਿਕਾਲ ਕੇ ਮੈਂ ਰੱਖਿਆ, ਉਹ ਇਹਦੇ ਵਿੱਚ ਸ਼ਾਮਿਲ ਕਰ ਦੂੰਗੀ। ਹੁਣ ਚਿਕਨ ਪਕੌੜਾ ਹੋਵੇ ਤੇ ਬੇਸਨ ਨਾ ਹੋਵੇ, ਇਹ ਤੇ ਹੋ ਨਹੀਂ ਸਕਦਾ। ਹੁਣ ਹਾਫ kg ਬੇਸਨ ਇਹਦੇ ਵਿੱਚ ਜ਼ਰੂਰਤ ਦੇ ਮੁਤਾਬਕ ਮੈਂ ਇਹਦੇ ਵਿੱਚ ਸ਼ਾਮਿਲ ਕਰਾਂਗੀ ਔਰ ਤਕਰੀਬਨ ਹਾਫ kg ਬੇਸਨ ਦੇ ਵਿੱਚੋਂ ਮੈਂ 3 ਤੋਂ 4 ਖਾਣੇ ਦੇ ਚਮਚ ਬੇਸਨ ਬਚਾਇਆ, ਬਾਕੀ ਸਾਰਾ ਇਹਦੇ ਵਿੱਚ ਐਡ ਕਰ ਦਿੱਤਾ। मैदा 1 ਪਿਆਲੀ मैदा ਇਹਦੇ ਵਿੱਚ ਸ਼ਾਮਿਲ ਕਰਨਾ। ਅਗਰ ਤੁਸੀਂ ਚਾਹੋ ਤੇ मैदा ਐਡ ਕਰ ਲਓ, ਚਾਹੋ ਤਾਂ ਤੁਸੀਂ ਇਹਦੇ ਵਿੱਚ ਕੌਰਨਫਲੋਰ ਐਡ ਕਰ ਲਓ, ਇਹ ਤੁਹਾਡੀ ਆਪਣੀ ਮਰਜ਼ੀ ਆ। ਔਰ 10 ਅੰਡੇ ਨੇ ਮੇਰੇ ਕੋਲ, ਜਿਨ੍ਹਾਂ ਨੂੰ ਅੰਡਿਆਂ ਨੂੰ ਮੈਂ ਅੱਛੀ ਤਰ੍ਹਾਂ ਬੀਟ ਕਰ ਲਿਆ ਔਰ ਬੀਟ ਕਰਕੇ ਅੰਡੇ ਵੀ ਮੈਂ ਇਹਦੇ ਵਿੱਚ ਸ਼ਾਮਿਲ ਕਰ ਦੇਣੇ। ਅੱਛਾ, ਇਸ ਪੁਆਇੰਟ 'ਤੇ ਤੁਸੀਂ ਇਹਦੇ ਵਿੱਚ ਦਹੀਂ ਵੀ ਐਡ ਕਰ ਸਕਦੇ ਹੋ, ਲੇਕਿਨ ਮੈਂ ਦਹੀਂ ਇਸ ਪੁਆਇੰਟ 'ਤੇ ਐਡ ਨਹੀਂ ਕੀਤਾ। ਮੈਂ ਦਹੀਂ ਜਦੋਂ ਇਹਨੂੰ ਮੈਰੀਨੇਟ ਕਰਕੇ ਰੱਖਿਆ ਉਸ ਤੋਂ 10-15 ਮਿੰਟ ਦੇ ਬਾਅਦ ਮੈਂ ਇਹਨੂੰ ਫਰਾਈ ਕਰਨੇ ਤੋਂ ਤਕਰੀਬਨ 2 ਜਾਂ 10 ਮਿੰਟ ਪਹਿਲੇ ਹੀ ਤੁਸੀਂ ਲਾ ਲਓ, ਮੈਂ ਇਹਦੇ ਵਿੱਚ ਸ਼ਾਮਿਲ ਕੀਤਾ। ਔਰ ਇਹਦੇ ਵਿੱਚ ਨਮਕ ਫਿਰ ਮੈਂ ਪਾਵਾਂਗੀ 2 ਖਾਣੇ ਦੇ ਚਮਚ ਨਮਕ ਇਹਦੇ ਵਿੱਚ ਸ਼ਾਮਿਲ ਕਰਨਾ। ਬਸ ਹੁਣ ਇਹਨੂੰ ਅਸੀਂ ਜੀ ਮਿਕਸ ਕਰਨਾ। ਇੱਥੇ ਮਿਕਸ ਤੁਸੀਂ ਬਹੁਤ ਆਰਾਮ ਨਾਲ ਕਰਨਾ ਔਰ ਕਿਉਂਕਿ ਮੈਂ ਚਾਹ ਰਹੀ ਹਾਂ ਕਿ ਅਗਰ ਮੈਂ ਇਹਦੇ ਵਿੱਚ ਇਸ ਟਾਈਮ 'ਤੇ ਮੈਂ ਇਹਦੇ ਵਿੱਚ ਸ਼ਾਮਿਲ ਕਰ ਦਿੱਤਾ ਦਹੀਂ, ਤਾਂ ਦਹੀਂ ਬਹੁਤ ਜ਼ਿਆਦਾ ਇਹਨੂੰ ਲਿਕਵਿਡ ਕਰ ਲਏਗਾ ਔਰ ਜਿਹੜੀ ਕੋਟਿੰਗ ਉਹ ਸਾਡੀ ਚਿਕਨ ਪੀਸਾਂ ਦੇ ਉੱਤੇ ਇੰਨੀ ਜ਼ਿਆਦਾ ਨਹੀਂ ਰਹੇਗੀ। ਮੈਂ ਕੋਸ਼ਿਸ਼ ਕਰ ਰਹੀ ਹਾਂ ਅਗਰ ਮੈਨੂੰ ਦਹੀਂ ਦੀ ਜ਼ਰੂਰਤ ਹੋਈ ਤਾਂ ਮੈਂ ਇਹਦੇ ਵਿੱਚ ਸ਼ਾਮਿਲ ਕਰੂੰਗੀ। ਇਸ ਟਾਈਮ 'ਤੇ ਮੈਂ ਇਹਨੂੰ ਮਿਕਸ ਕਰਕੇ ਰੱਖ ਦਿੱਤਾ ਜੀ। ਜਾਂ ਤੁਸੀਂ ਇਹਨੂੰ 2 ਘੰਟੇ ਦਾ ਰੈਸਟ ਦੇ ਲਓ। 2 ਘੰਟੇ ਤੋਂ ਬਾਅਦ ਮੈਂ ਇਹਦੇ ਵਿੱਚ ਦਹੀਂ ਸ਼ਾਮਿਲ ਕੀਤਾ ਔਰ ਉਹ ਵੀਡੀਓ ਨਾ ਜਿਹੜੀ ਮੇਰੇ ਕੋਲ ਸਕਿਪ ਹੋ ਗਈ ਉਹਦੇ ਲਈ ਮਾਜ਼ਰਤ। ਹੁਣ ਤੁਸੀਂ ਆਇਲ ਚੈੱਕ ਕਰ ਲੈਣਾ ਕਿ ਆਇਲ ਸਾਡਾ ਫੁੱਲ ਗਰਮ ਹੋਣਾ ਚਾਹੀਦਾ ਔਰ ਇਸ ਤਰ੍ਹਾਂ ਇੱਕ ਪੀਸ ਅੰਦਰ ਡਾਲ ਕੇ ਚੱਕ ਲਓ। ਅਗਰ ਜਾਂਦਾ ਹੀ ਉਹ ਇਹਦੇ ਵਿੱਚ ਪੱਕਣਾ ਸ਼ੁਰੂ ਹੋ ਗਿਆ ਤਾਂ ਮਤਲਬ ਤੁਹਾਡਾ ਆਇਲ ਸਹੀ ਗਰਮ ਆ। ਹੁਣ ਤੁਸੀਂ 1 ਬਾਏ 1 ਇੱਕ ਕਰਕੇ ਇਹਦੇ ਵਿੱਚ ਚਿਕਨ ਦਾ ਪੀਸ ਇੱਕ ਬੋਟੀ ਇਹਦੀ ਸ਼ਾਮਿਲ ਕਰਦੇ ਜਾਓ ਔਰ ਇਹਨੂੰ ਫਰਾਈ ਕਰਦੇ ਜਾਓ। ਕੋਸ਼ਿਸ਼ ਕਰੋ ਫਟਾਫਟ ਸਾਰਾ ਇਹਦੇ ਵਿੱਚ ਪਾ ਦਿਓ ਔਰ ਮੈਂ ਇਸੇ ਤਰ੍ਹਾਂ ਸਾਰਾ ਇਹਦੇ ਵਿੱਚ ਫੁੱਲ ਪਾ ਦਿੰਦੀ ਹਾਂ। ਔਰ ਇਹਦਾ ਫਰਾਈ ਟਾਈਮ ਤੁਸੀਂ ਇਹਦਾ ਨੋਟ ਕਰਨਾ ਕਿ ਇਹ ਜਿਹੜਾ ਚਿਕਨ ਹੈ ਨਾ ਤਕਰੀਬਨ ਸਾਡੇ ਕੋਲ ਪਹਿਲੇ ਟੈਂਡਰ ਹੋਇਆ ਹੈ, ਇਹਨੂੰ ਇੰਨਾ ਜ਼ਿਆਦਾ ਪਕਾਉਣੇ ਦੀ ਜ਼ਰੂਰਤ ਨਹੀਂ ਹੈਗੀ। ਔਰ ਮੈਂ ਤਕਰੀਬਨ ਇੰਨਾ ਚਿਕਨ ਤੁਸੀਂ ਪਾਓ ਜਿਹੜਾ ਆਰਾਮ ਨਾਲ ਫਰਾਈ ਹੋ ਸਕੇ। ਅੱਛਾ, ਇੱਥੇ ਇੱਕ ਮੈਂ ਤੁਹਾਨੂੰ ਟਿਪ ਦੇਣਾ ਚਾਹੂੰਗੀ, ਅਗਰ ਤੁਹਾਡੇ ਕੋਲ ਆਇਰਨ ਦੀ ਕੜਾਈ ਹੈ ਤਾਂ ਤੁਸੀਂ ਫਰਾਈ ਹੈ ਨਾ ਜਿਹੜਾ ਫਰਾਈ ਵਾਲਾ ਜਿੰਨਾ ਵੀ ਕੰਮ ਆ ਉਸ ਕੜਾਈ 'ਚ ਕਰੋ। ਅਗਰ ਆਇਰਨ ਕੜਾਈ ਨਹੀਂ ਹੈਗੀ ਤੁਹਾਡੇ ਕੋਲ, ਨੌਨ ਸਟਿਕ ਆ, ਤਾਂ ਉਹਨੂੰ ਯੂਜ਼ ਕਰੋ। ਅਦਰਵਾਈਜ਼ ਤੀਸਰਾ ਆਪਸ਼ਨ ਉਹ ਆ ਕਿ ਤੁਸੀਂ ਸਟੀਲ ਦੀ ਜਾਂ ਸਿਲਵਰ ਸਟੀਲ ਦੀ ਜੋ ਹੁੰਦੀ ਐਲਮੋਨੀਅਮ ਦੀ, ਉਹਦੇ ਵਿੱਚ ਤੁਸੀਂ ਇਹਨੂੰ ਫਰਾਈ ਕਰ ਸਕਦੇ ਹੋ, ਲੇਕਿਨ ਉਹਦੇ ਵਿੱਚ ਚੀਜ਼ ਜ਼ਿਆਦਾਤਰ ਪੈਨ ਦੇ ਨਾਲ ਚਿਪਕ ਜਾਂਦੀ ਆ, ਜਿਹਦੀ ਵਜ੍ਹਾ ਨਾਲ ਥੋੜਾ ਜਿਹਾ ਮਸਲਾ ਹੁੰਦਾ। ਤੇ ਅਗਰ ਲੋਹੇ ਦੀ ਕੜਾਈ ਆ ਉਹ ਬਿਲਕੁਲ ਵੀ ਨੀਚੇ ਨਹੀਂ ਚਿਪਕਦੀ। ਜਿਸ ਤਰ੍ਹਾਂ ਮੈਂ ਇਸ ਤਰ੍ਹਾਂ ਫਰਾਈ ਕਰ ਰਹੀ ਹਾਂ ਨਾ, ਲੋਹੇ ਦੀ ਕੜਾਈ ਦੇ ਵਿੱਚ ਚੀਜ਼ ਬਿਲਕੁਲ ਵੀ ਨੀਚੇ ਨਹੀਂ ਚਿਪਕਦੀ। ਇਹ ਹੁਣ ਦੇਖੋ ਜ਼ਬਰਦਸਤ ਚੀਜ਼ ਸਾਡੇ ਫਰਾਈ ਹੋ ਗਿਆ ਚਿਕਨ। ਇਹ ਤਕਰੀਬਨ ਇਹਨੂੰ 7 ਤੋਂ 8 ਮਿੰਟ ਲੱਗੇ ਨੇ ਮੀਡੀਅਮ ਆਂਚ 'ਤੇ। ਬਹੁਤ ਜ਼ਿਆਦਾ ਆਂਚ ਤੇਜ਼ ਨਹੀਂ ਕਰਨੀ, ਬਹੁਤ ਜ਼ਿਆਦਾ ਤੇਜ਼ ਕਰੋਗੇ ਤਾਂ ਚਿਕਨ ਉੱਪਰੋਂ ਜਲ ਜਾਏਗਾ, ਅੰਦਰੋਂ ਥੋੜਾ ਕੱਚਾ ਰਹਿ ਜਾਏਗਾ। ਹੁਣ ਅਸੀਂ ਜੀ ਇਹਨੂੰ ਸਰਵ ਕਰ ਲੈਂਦੇ ਹਾਂ ਔਰ ਮਸਾਲਾ ਕੱਢ ਲੈਂਦੇ ਹਾਂ। ਮੈਂ ਬਾਕੀ ਦਾ ਸਾਰਾ ਚਿਕਨ ਇਸ ਤਰ੍ਹਾਂ ਫਰਾਈ ਕਰ ਲਵਾਂ, ਫਿਰ ਤੁਹਾਨੂੰ ਮੈਂ ਇਹਦਾ ਪੂਰੇ ਫਾਈਨਲ ਲੁੱਕ ਦਿਖਾਉਂਦੀ ਹਾਂ ਔਰ ਵੀ ਸਾਡਾ ਚਿਕਨ ਪਕੌੜਾ ਬਣ ਕੇ ਕਿਸ ਤਰ੍ਹਾਂ ਦਾ ਤਿਆਰ ਹੋਇਆ। ਇਹ ਤੇ ਤੁਹਾਡੇ ਕਮੈਂਟ ਨਾਲ ਤੇ ਮਦਰਸੇ ਦੇ ਬੱਚਿਆਂ ਦੀ ਰਾਏ ਨਾਲ ਮੈਨੂੰ ਪਤਾ ਚੱਲੇਗਾ ਕਿ ਇਹ ਵਾਲਾ ਚਿਕਨ ਪਕੌੜੇ ਦੀ ਰੈਸਪੀ ਕਿਸ ਤਰ੍ਹਾਂ ਦੀ ਬਣ ਕੇ ਤਿਆਰ ਹੋਈ ਆ। ਉਮੀਦ ਹੈ ਕਿ ਦੇਖਣ ਵਾਲਿਆਂ ਨੂੰ ਮੇਰੀ ਰੈਸਪੀ ਅੱਛੀ ਲੱਗੂਗੀ।
ਹਾਂਜੀ ਜੀ ਮਾਸ਼ਾਅੱਲਾ ਦੇਖੋ ਸਾਰਾ ਸਾਡਾ ਚਿਕਨ ਪਕੌੜਾ ਬਣ ਕੇ ਤਿਆਰ ਹੋ ਗਿਆ ਔਰ ਮਾਸ਼ਾਅੱਲਾ ਲੁੱਕ ਵਾਈਜ਼ ਵੀ ਤੁਸੀਂ ਦੇਖੋ ਕਿੰਨਾ ਹੀ ਲੁੱਕ ਕਿੰਨਾ ਦੀ ਜ਼ਬਰਦਸਤ ਬਣ ਕੇ ਤਿਆਰ ਹੋਈ ਔਰ ਕਿੰਨੀ ਜ਼ਬਰਦਸਤ ਇਹਦੀ ਕੋਟਿੰਗ ਆ। ਉਮੀਦ ਆ ਕਿ ਤੁਹਾਨੂੰ ਇਹ ਵਾਲੀ ਰੈਸਪੀ ਜ਼ਰੂਰ ਅੱਛੀ ਲੱਗੂਗੀ। ਮੈਂ ਤੁਹਾਨੂੰ ਇਹਦਾ ਫਾਈਨਲ ਜਿਹੜਾ ਇਹਦਾ ਉਹ ਲੁੱਕ ਵੀ ਦਿਖਾਉਂਦੀ ਆ ਔਰ ਇਹਨੂੰ ਤੋੜ ਕੇ ਵੀ ਚੈੱਕ ਕਰਾਉਂਦੀ ਆ ਕਿ ਇਹ ਅੰਦਰੋਂ ਵੀ ਕਿੰਨੀ ਹੱਦ ਤੱਕ ਬਾਹਰੋਂ ਕ੍ਰਿਸਪੀ ਔਰ ਅੰਦਰੋਂ ਕਿੰਨਾ ਸੌਫਟ ਔਰ ਜੂਸੀ ਬਣ ਕੇ ਤਿਆਰ ਹੋਇਆ। ਦੇਖੋ ਮਾਸ਼ਾਅੱਲਾ ਬਿਲਕੁਲ ਅੰਦਰੋਂ ਤੱਕ ਟੈਂਡਰ ਹੋ ਗਿਆ ਔਰ ਅੰਦਰ ਤੁਸੀਂ ਦੇਖੋਗੇ ਕਿ ਜਿਹੜਾ ਚਿਕਨ ਆ ਉਹ ਬਿਲਕੁਲ ਵਾਈਟ ਵੀ ਨਹੀਂ ਲੱਗ ਰਿਹਾ, ਬਿਲਕੁਲ ਯੈਲੋਇਸ਼ ਰੰਗ ਦੇ ਵਿੱਚ ਬਣਿਆ ਔਰ ਇਹਦੇ ਅੰਦਰ ਤੱਕ ਟੇਸਟ ਹੋਏਗਾ। ਜਿਹੜਾ ਅਸੀਂ ਇਹਨੂੰ ਮਸਾਲੇ ਲਾ ਕੇ 2 ਦਫਾ ਰੱਖਿਆ ਨਾ ਉਹ ਇਹਦੇ ਅੰਦਰ ਤੱਕ ਟੇਸਟ ਲੈ ਕੇ ਆਏਗਾ। ਇਹਦੇ ਨਾਲ ਹੀ ਤੁਸੀਂ ਆਪਣਾ ਰੱਖੋ ਖਿਆਲ। ਮੈਨੂੰ ਦਿਓ ਇਜਾਜ਼ਤ। ਅੱਲਾ ਸੋਨੇ ਦੇ ਹਵਾਲੇ।